बिस्मिल्लाहिर्रहमानिर्रहीम। अस्सलाम वालेकुम व्यूअर्स, मैं हूं बिलाल नज़ीर। आप देख रहे हैं बिज़नेस इन्फो। बिज़नेस इन्फो में खुश आमदीद। फार्मिंग के हवाले से, बिज़नेस के हवाले से इस चैनल पर नित नई वीडियोज़ अपलोड की जाती हैं। आज की वीडियो के इंतहाई अहम वीडियो है, क्योंकि आज की वीडियो में मैं आपको एक ऐसे नौजवान से मिलवाने जा रहा हूँ जिसका नाम अदनान है। सियालकोट साबोसंदा के इलाके से इसका ताल्लुक़ है। इसका कहना है कि वो 10 साल से फार्मिंग का काम कर रहा है और इस 10 साल में वो दूध खुद भी बेचता है और साथ में उसका काम बछड़े रखना, पालना और उनको बेचना भी है। आज की वीडियो बहुत ही मुफीद है। उम्मीद है कि फार्मर भाइयों को इस वीडियो से बहुत ज़्यादा फ़ायदा होगा। इस वीडियो को आखिर तक ज़रूर देखें और इस नौजवान के तमाम तर तजर्बात से फ़ायदा ज़रूर हासिल करें। अगर वीडियो पसंद आए तो इसको लाइक, शेयर, उस पर कमेंट करना मत भूलिएगा। तमाम व्यूअर्स से रिक्वेस्ट है कि हमारे चैनल को सब्सक्राइब करें और बेल आइकन को भी दबा दें ताकि तमाम आने वाले वीडियोज़ आप तक वो भी पहुँचती रहें। तो आइए आज का प्रॉपर इंटरव्यू शुरू करते हैं। अस्सलाम वालेकुम भाईजान। वालेकुम सलाम जी। सर की नाम है थोड़ा? अदनान। अदनान साहब किहड़ी जगह जी? साबोसंदा। साबोसंदा। हाँ जी। कितनी देर तो तुसी डंगर रख रहे हो? मैनू हो गए जी कोई 10 साल। 10 साल हो गए? हाँ जी। ते 10 साल तो पहले कोई और भी काम कर रहे हो या शुरू तो यही काम किया? नहीं, मैं शुरू तो यह काम किया जी। अच्छा। हाँ जी। इस तो इलावा कोई और काम तो नहीं करते? नहीं जनाब। तुसी ये काम क्यों पसंद किया? बस शुरू तो ही बोड़ ही विआह करते होंगे पहले, तो फिर असी भी उन्होंने छੱਡ छड़िया, फिर असी यह करने काम। इस काम दे नाल कोई और काम तो नहीं करते? नहीं, दुध खाते शायद बस अपनी मैया। यानी तुसी दुध का ही कारोबार करते हो? अगर कोई बंदा इस काम दे नाल कोई और काम भी करना चाहे कर सकता है? डंगरां दा बंदा तो इन्ना फिर वो कर सकता, फिर डंगर दा बंदा डंगरां दा काम नहीं कर सकता। फुल टाइम यानी डंगरां दा बंदा और काम नहीं कर सकता? नहीं बात सही हो गया। हाँ जी। माशाल्लाह कितने जानवर ने तुहाडे कोल? जानवर है जो 25 साढ़े को। 25 जानवर। हाँ जी। ਤੇ ਇਹਨਾਂ 'ਚ ਮੱਝਾਂ ਕਿੰਨੀਆਂ ਨੇ ਤੇ ਗਾਵਾਂ ਕਿੰਨੀਆਂ ਨੇ? 9 ਮੱਝਾਂ ਤੇ 1 ਗਾਂ ਜੇ ਤੇ ਬਾਕੀ ਆ ਛੋਟੇ ਜਾਜ। ਛੋਟੇ ਜਾਪ ਆ ਕੇ ਫਿਰ ਬੜੇ 30 ਬੰਦੇ ਨੇ। हाँ जी। ਤੇ ਗਾਵਾਂ ਕਿਉਂ ਥੋੜੀਆਂ ਨੇ ਦੀ ਕੀ ਵਜ੍ਹਾ? ਗਾਵਾਂ ਬਸ ਐਵੇਂ ਮੱਝਾਂ ਦੁੱਧ ਸਹੀ ਲੋਕ ਪਸੰਦ ਕਰਦੇ ਨੇ ਤੇ ਗਾਵਾਂ ਵਾਸਤੇ ਤਾਂ ਬਸ ਘਟਾੜੀਆਂ। ਗਾਵਾਂ ਵੀ ਹਨ ਸਾਡੇ ਕੋਲ 5-6। ਅੱਛਾ। ਅਸਾਂ ਘਟਾੜੀਆਂ ਫਿਰ ਹੁਣ। ਤੁਹਾਡੀ ਨਜ਼ਰ ਦੇ ਵਿੱਚ ਗਾਵਾਂ ਦਾ ਜ਼ਿਆਦਾ ਫਾਇਦਾ ਜਾਂ ਮੱਝਾਂ ਦਾ? ਫਾਇਦਾ ਤੇ ਗਾਵਾਂ ਦਾ ਜ਼ਿਆਦਾ। ਤੇ ਫਿਰ ਕੀ ਗੱਲ ਹੈ ਤੁਸੀਂ ਮੱਝਾਂ ਬਹੁਤੀਆਂ ਰੱਖੀਆਂ? ਬਸ ਦੁੱਧ ਦੀ ਮਾਰਕੀਟ ਜ਼ਿਆਦਾ ਜਿਹੜੀ ਮੱਝ ਦੀ ਹੈ ਤੇ ਗਾਂ ਦੀ ਨਹੀਂ ਹੈ। ਤੇ ਗਾਂ ਦਾ ਦੁੱਧ ਨਹੀਂ ਵਿਕਦਾ? ਨਹੀਂ, ਗਾਂ ਦਾ ਬਹੁਤ ਫਾਇਦਾ ਘੱਟ। ਕਿਸ ਹਵਾਲੇ ਨਾਲ ਹੈ ਗਾਵਾਂ ਦਾ? ਗਾਵਾਂ ਦਾ ਇਹ ਹੈ ਕਿ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਇੱਕ ਤੇ ਦੂਜੇ ਨੰਬਰ ਤੇ ਗੱਲ ਹੈ ਕਿ ਦੁੱਧ ਦਾ ਵੀ ਨੁਕਸਾਨ ਕੋਈ ਨਹੀਂ ਹੈ। ਮਤਲਬ ਦੁੱਧ ਨਹੀਂ ਨਾ ਵਿਕਿਆ ਤੇ ਜਾਨ ਛੱਡ ਜਾ ਪਲ ਜਿਹੜਾ ਤੇ ਮੱਝ ਦਾ ਜ਼ਿਆਦਾ ਜਿਹੜਾ ਨੁਕਸਾਨ ਬੜਾ ਹੁੰਦਾ। ਦੁੱਧ ਦਾ ਵਾਧਾ ਘਾਟਾ ਜਿੱਥੋਂ ਰੱਖਦੇ ਉਹ ਜ਼ਿਆਦਾ ਜਾਂਦਾ। ਤੁਸੀਂ ਜ਼ਿਆਦਾ ਇਸ ਕਾਰੋਬਾਰ ਤੋਂ ਪੈਸੇ ਦੁੱਧ ਦੇ ਕਮਾਉਂਦੇ ਹੋ ਜਾਂ ਡੰਗਰ ਸ਼ੰਗਰ ਵੇਚ ਕੇ ਜਾਂ ਮੱਝਾਂ ਸ਼ੰਗਰ ਦਾ ਕਾਰੋਬਾਰ ਕਰਕੇ ਲੈਣ ਦੇਣ ਦਾ? ਅਸੀਂ ਬਸ ਜ਼ਿਆਦਾ ਜਾਜੂ ਵੇਚ ਕੇ ਕੱਟੇ ਬੱਚੇ ਤੇ ਉਹਨਾਂ ਦਾ ਪੈਸੇ ਕਮਾਉਣੇ ਜ਼ਿਆਦਾ। ਤੁਹਾਨੂੰ ਦੱਸਿਆ ਤੁਹਾਡੇ ਕੋਲ 3 ਨੇ ਵਿੱਚ ਜਾ ਪਾ ਕੇ ਸਾਰੇ। ਤੇ ਇਹਨਾਂ 'ਚ ਦੁੱਧ ਦੇਣ ਵਾਲੀਆਂ ਲਹਿਰੀਆਂ ਕਿੰਨੀਆਂ ਨੇ? ਲੈੜੀਆਂ ਇਸ ਟਾਈਮ ਜਿਹੜੇ ਨਾ 7 ਲੈੜੀਆਂ ਜੀ। 7 ਲੈੜੀਆਂ? ਹਾਂਜੀ। ਉਹਨਾਂ ਦਾ ਮਾਸ਼ਾਅੱਲਾ ਜ਼ਿਆਦਾ ਕਿੰਨਾ ਦੁੱਧ ਹੋ ਜਾਂਦਾ? 20-22 ਕਿਲੋ ਪੇ ਕਰਦੀ ਇੱਕ ਮੈਂ ਦੁੱਧ। ਤੇ 20-22 ਕਿਲੋ ਦੁੱਧ ਤੁਹਾਡਾ ਤੁਸੀਂ ਰੱਖਦੇ ਹੋ, ਖਰਾਬ ਤਾਂ ਨਹੀਂ ਹੁੰਦਾ? ਨਹੀਂ। ਇੱਕ ਜਾਨਵਰ ਦਾ ਦੁੱਧ ਜਿਹੜਾ ਵੀ ਤੁਸੀਂ ਜਦੋਂ ਚਾਹੁੰਦੇ ਹੋ ਉਹ ਕਿੰਨੀ ਦੇਰ ਤੱਕ ਤੁਸੀਂ ਰੱਖ ਸਕਦੇ ਹੋ? ਉਹ ਸਵੇਰ 8 ਵਜੇ ਤੋਂ ਲਾ ਕੇ ਕੋਈ 12-12:30 ਵਜੇ ਤੱਕ। ਉਹਦੇ ਬਾਅਦ ਦੁੱਧ ਨਹੀਂ ਰਹਿੰਦਾ? ਨਹੀਂ, ਉਹਦੇ ਬਾਅਦ ਸਿਆਲ 'ਚ ਰਹਿੰਦਾ, ਲੇਕਿਨ ਗਰਮੀ 'ਚ ਉਦੋਂ 12-1 ਵਜੇ ਤੋਂ ਬਾਅਦ ਨਹੀਂ ਰਹਿੰਦਾ। ਕਦੀ ਇਸ ਤਰ੍ਹਾਂ ਵੀ ਹੋਇਆ ਕਿ ਤੁਹਾਡਾ ਦੁੱਧ ਖਰਾਬ ਹੋ ਗਿਆ? ਹਾਂਜੀ ਹੋਇਆ, ਕਿੰਨੀ ਵਾਰੀ। ਉਹ ਕਿਉਂ ਹੋਇਆ? ਬਸ ਇਹ ਗਰਮੀ ਵਜ੍ਹਾ ਹੁੰਦੀ, ਜਦੋਂ ਜ਼ਿਆਦਾ ਗਰਮੀ ਪੈਂਦੀ ਹੈ ਸਵੇਰ ਤੇ ਫਿਰ ਉਹ ਗਰਮੈਸ਼ ਹੋ ਜਾਂਦੀ ਕੁੱਪੀ ਦੇ ਵਿੱਚ। ਵੇਖ ਨਹੀਂ ਜਾਂਦਾ? ਨਹੀਂ ਵੇਖਦਾ ਤੇ ਹੈ, ਜਦੋਂ ਜ਼ਿਆਦਾ ਲੇਟ ਹੋ ਜਾਓ ਕਿਤੇ ਕੰਮ ਪੈ ਜਾਂਦਾ 100 ਤੇ ਗੱਡੀ ਖਰਾਬ ਹੋ ਜਾਂਦੀ ਹੈ ਕਿਤੇ 100 ਗੱਲਬਾਤ ਹੁੰਦੀ ਹੈ। ਦੁੱਧ ਤੁਸੀਂ ਆਪ ਹੀ ਕਾਰੋਬਾਰ ਕਰਦੇ ਹੋ ਦੱਸਿਆ ਤੁਸੀਂ? ਹਾਂਜੀ। ਤੇ ਇਹਦੇ 'ਚ ਆਪ ਹੀ ਕਾਰੋਬਾਰ ਕਰਨ 'ਚ ਫਾਇਦਾ ਹੈ ਜਾਂ ਦੁੱਧੀਆਂ ਨੂੰ ਦੇਣ 'ਚ ਫਾਇਦਾ? ਦੁੱਧੀਆਂ ਨੂੰ ਦੇਣ 'ਚ ਫਾਇਦਾ, ਲੇਕਿਨ ਸਾਡਾ ਹੁਣ ਜੱਦੀ ਪੁਸ਼ਤੀ ਕੰਮ ਹੀ ਆ ਵੀ ਅਸੀਂ 94 ਲੋਕਾਂ ਦਾ ਆਪਣਾ ਵੀ। ਅੱਛਾ, ਕੁਝ ਲੋਕ ਕਹਿੰਦੇ ਨੇ ਕਿ ਦੁੱਧੀਆਂ ਨੂੰ ਦੇਣ ਦਾ ਫਾਇਦਾ ਨਹੀਂ, ਅਗਰ ਬੰਦਾ ਆਪ ਹੀ ਹੱਥੀਂ ਦੁੱਧ ਜਿਹੜਾ ਵੇ ਤਕਸੀਮ ਕਰੇ, ਵੰਡੇ, ਜਾ ਕੇ ਵੇਚੇ ਤੇ ਉਹ ਫਾਇਦਾ ਹੈ। ਉਹ ਫਿਰ ਮਗਰ ਪੱਠੇ ਪਾਣੇ ਹੁੰਦੇ ਡੰਗਰਾਂ, ਜਾਂ ਬੰਦੇ 2-3 ਹੋਣ ਤੇ ਫਿਰ ਹੈ ਵੇ ਕਿ। ਅੱਛਾ, ਤੁਸੀਂ ਬੰਦੇ ਦੀ ਗੱਲ ਕੀਤੀ, ਕਿੰਨੇ ਬੰਦੇ ਸੰਭਾਲ ਰਹੇ ਹੋ ਡੰਗਰਾਂ ਨੂੰ? ਅਸੀਂ 4 ਬੰਦੇ 5 ਡੰਗਰਾਂ ਨੂੰ ਸੰਭਾਲ ਰਹੇ ਹੋ? ਹਾਂਜੀ। ਨੌਕਰ ਤੇ ਨਹੀਂ ਕੋਈ ਰੱਖਿਆ? ਨੌਕਰ ਰੱਖਿਆ ਸੀ, ਉਹ ਨੱਸ ਜਾਂਦੇ ਨੌਕਰ। 4 ਦਿਨ ਰਹਿੰਦੇ ਨੇ, 10 ਦਿਨ ਰਹਿੰਦੇ ਨੇ, ਕੋਈ 2 ਮਹੀਨੇ ਰਹਿੰਦਾ ਨੱਸ ਜਾਂਦੇ ਨੇ। 4 ਤੁਸੀਂ ਸੰਭਾਲ ਰਹੇ ਹੋ? ਡੰਗਰ ਥੋੜੇ ਨੇ, ਇਹ ਜ਼ਿਆਦਾ ਨੇ? ਨਹੀਂ, ਹੋਰ ਵੀ 2 ਦਿਨ ਨਾਲ ਸਾਈਡਾਂ 'ਤੇ ਚੁਆਈਦਾ ਲੋਕਾਂ ਦੇ ਪਿੰਡਾਂ 'ਚ। ਅੱਛਾ। ਤਿੰਨਾਂ ਪਿੰਡਾਂ 'ਚ ਦੁੱਧ ਚੁਆਉਂਦੇ ਨਾਲ। ਤੇ ਸਾਂਭ ਵਾਲੇ ਕਿੰਨੇ ਨੇ ਜਿਹੜੇ ਐਗਜ਼ੈਕਟ ਮਤਲਬ ਇਹਨੇ ਜਾਨਵਰਾਂ ਨੂੰ? ਸਾਂਭ ਵਾਸਤੇ ਇੱਕ ਹੀ ਬੰਦਾ ਬਸ ਪੱਠਿਆਂ ਦੇ ਸਾਡਾ ਤੇ ਇੱਕ ਚੁਆਈ ਤੇ ਬਸ। ਇਹ ਬੰਦਾ ਇਕੱਲਾ ਜਿਹੜਾ ਕੋਲ ਖਲੋਤਾ, ਜਿਹੜਾ ਭਰਾ ਮੇਰਾ ਛੋਟਾ ਜੀ। ਯਾਨੀ ਸੰਭਾਲਣ ਵਾਸਤੇ 2 ਬੰਦੇ ਕਾਫੀ ਨੇ? 2 ਬੰਦੇ ਬਹੁਤ ਜ਼ਿਆਦਾ ਨੇ। ਬਾਕੀ ਤੇ ਉੱਪਰ ਐਡੀਸ਼ਨਲ ਵਰਕ? ਹਾਂਜੀ ਬਿਲਕੁਲ। ਤੇ ਇਹਨਾਂ 4 ਬੰਦੇ ਜਿਹੜੇ ਕੰਮ ਕਰਦੇ ਨੇ, ਇਹਨਾਂ ਚਾਰਾਂ ਨੂੰ ਮਿਲ ਕੇ ਸਾਰੀ ਐਫਰਟਸ ਕਰਕੇ ਦੁੱਧ ਖੁਦ ਸੇਲ ਕਰਕੇ ਔਰ ਨਾਲ ਇਹਨਾਂ ਦਾ ਕੰਮ ਹੀ ਕਰਕੇ ਕੁਝ ਬਚਤ ਵੀ ਹੋ ਜਾਂਦੀ ਕਿ ਬਸ? ਹਾਂ ਇਨਸ਼ਾਅੱਲਾ, ਅੱਲਾਹ ਪਾਕ ਦਾ ਸ਼ੁਕਰ ਫੇਰ ਵੀ ਚਲੋ ਠੀਕ ਹੈ। ਠੀਕ ਚੱਲ? ਹਾਂਜੀ। ਇੱਕ ਜਾਨਵਰ ਤੇ ਕਿੰਨਾ ਕੁ ਖਰਚਾ ਆ ਜਾਂਦਾ ਤੁਹਾਡਾ? ਖਰਚਾ ਆ ਜਾਂਦਾ ਕੋਈ 200-150 ਰੁਪਈਆ। 150 ਚੋਂ ਕਿਹੜੀ ਸ਼ੈ ਖਾਂਦੇ ਨੇ? ਇਹ ਬਸ ਕੋਈ ਕਿਲੋ 1.5 ਖਾਲ ਖਾਂਦੇ ਨੇ, ਕੋਈ ਬੜੇਵਿਆਂ ਦੀ ਜਾਂ ਕੜਾ ਛੜਾ ਲਾ ਲਓ। ਅੱਛਾ। ਬਾਕੀ ਕੋਈ 150-200 ਦੇ ਪੱਠੇ ਖਾ ਲਓ। 150 ਦੇ ਪੱਠੇ। 150 ਦੇ ਪੱਠੇ? ਆਹੋ, ਉਹ 250-300 ਰੁਪਏ ਲੱਗ ਜਾਂਦਾ ਰੋਜ਼ਾਨਾ ਇੱਕ ਡੰਗਰ। 250 ਤੋਂ 300 ਖਰਚ ਹੋ ਜਾਂਦਾ? ਹਾਂਜੀ। ਤੇ 250 ਦੇਣਾ ਕੀ ਨਹੀਂ, ਬਸ 200 ਜ਼ਿਆਦਾ ਹੋ ਜਾਂਦਾ ਥੋੜਾ। ਉਹਨਾਂ ਦਾ ਚਲੋ ਇੱਕ ਟਾਈਮ ਦਾ ਦੁੱਧ ਖਾ ਪੀ ਲੈਂਦੇ ਨੇ ਤੇ ਇੱਕ ਟਾਈਮ ਦਾ ਚਲੋ ਬਚ ਜਾਂਦਾ। ਇੱਕ ਟਾਈਮ ਦਾ ਬਚ? ਹਾਂਜੀ। ਯਾਨੀ 50%? ਹਾਂਜੀ ਅਲਹਮਦੁਲਿਲਾ ਸੇਲ। ਅੱਲਾਹ ਪਾਕ ਦਾ ਸ਼ੁਕਰ। ਤੇ ਤੁਹਾਡੀ ਨਜ਼ਰ 'ਚ ਇਸ ਹਿਸਾਬ ਨਾਲ ਦੇਖਿਆ ਜਾਏ ਔਰ ਅੱਜ ਕੱਲ੍ਹ ਦੇ ਦੌਰ ਨੂੰ ਦੇਖਿਆ ਜਾਏ, ਇਹ ਕਾਰੋਬਾਰ ਕੈਸਾ ਹੈ? ਅੱਲਾਹ ਪਾਕ ਦਾ ਸ਼ੁਕਰ ਹੈ, ਠੀਕ ਹੈ। ਇਸ ਕਾਰੋਬਾਰ ਦੂਜਾ ਕਾਰੋਬਾਰ ਨਾਲ 100% ਫੇਰ ਵੀ ਠੀਕ ਹੈ ਇਹਦਾ। 100% ਠੀਕ? ਹਾਂਜੀ।
ਠੀਕ ਹੈ। ਇਸ ਸਵਾਲ ਨਾਲ ਤੁਸੀਂ ਕੋਈ ਗੋਡੀਆਂ ਗੱਲਾਂ ਨੌਜਵਾਨਾਂ ਨੂੰ ਦੋਸਤਾਂ ਨੂੰ ਕੀ ਦੱਸੋਗੇ ਕਿ ਅਗਰ ਉਹ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ ਤੇ ਕੰਮ 'ਚ ਠੀਕ ਰਹਿੰਦੇ ਵਰਨਾ ਨੁਕਸਾਨ ਹੋਏਗਾ? ਕਈ ਲੋਕ ਫਲਾਪ ਹੋ ਜਾਂਦੇ ਨੇ, ਕਈ ਬੜਾ ਅੱਛਾ ਕਾਮਯਾਬ ਰਹਿੰਦੇ ਨੇ, ਹਾਂਜੀ ਉਹ ਕੀ ਵਜੂਹਾਤ ਨੇ ਕਿ ਫਲਾਪ ਹੁੰਦੇ ਨੇ ਔਰ ਕਿਹੜੀ ਵਜ੍ਹਾ ਤੋਂ ਕਈ ਲੋਕ ਕਾਮਯਾਬ ਹੋ ਜਾਂਦੇ ਨੇ? ਕਈ ਇਹ ਨਾ ਕਿ ਮੈਂ ਸੁਣਦੀ ਆ ਤੇ ਜਾਜ ਕਸਾ ਦੇ ਛੱਡਦੇ ਨੇ, ਕਸਾਈਆਂ ਨੂੰ ਵੇਚ ਛੱਡਦੇ ਨੇ। ਉਹ ਜ਼ਿਆਦਾ ਗਿਆ ਤੇ ਅੱਗੋਂ ਮਹੀਂ ਖਰਾਬ ਹੋ ਜਾਂਦੀ ਟਿਕ ਛਿੱਕ ਤੇ ਲਾ ਕੇ। ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹਨਾਂ ਨੂੰ ਜਾਨ ਨੂੰ ਪਾਲਣ, ਜਾਨ ਨੂੰ ਪਾਲ ਕੇ ਤੇ ਉਹਨਾਂ ਨੂੰ ਫਾਇਦਾ ਲੈਣ ਉਹਨਾਂ ਕੋਲ। ਠੀਕ ਹੈ। ਉਹ ਇਹ ਕਰਦੇ ਨੇ ਕਿ ਜਾ ਵੇਚ ਛੱਡਦੇ ਨੇ, ਦੁੱਧ ਦਾ ਲਾਲਚ ਕਰਦੇ ਨੇ। ਦੁੱਧ 2 ਮਹੀਨੇ ਡੰਗਰ ਦੇ ਦਾ 3 ਦੇ ਦਾ, ਉਹ ਇੱਕ 2-3 ਕਿਲੋ ਦੁੱਧ ਪੀ ਲੇ, 1.5 ਕਿਲੋ ਪੀ ਲੇ ਦਾ, 2 ਕਿਲੋ ਪੀ ਲੇ ਦਾ, ਤੇ ਉਹ ਜਾ ਵੀ ਬਚਦਾ ਉਹਦਾ ਜਾਨ ਦਾ ਨੁਕਸਾਨ ਵੀ ਨਾ ਹੋਏਦਾ। ਠੀਕ ਹੈ। ਤੇ ਉਹਨਾਂ ਦੀ ਮਿਹਰਬਾਨੀ ਹੈ ਕਿ ਜਿਹੜਾ ਵੇ ਉਹ ਕੱਢਣ ਨਾਲ ਮਾਰਨ ਨਾਲ ਦੁੱਧ 'ਚ ਫਰਕ ਪੈਂਦਾ ਕਿ ਨਹੀਂ? ਜਾ ਰੱਖਿਆ ਦੁੱਧ 'ਚ ਫਰਕ ਪੈਂਦਾ? ਹਾਂਜੀ ਸਾਰੀ ਗੱਲ ਜਿਹੜਾ ਫਿਰ ਜਾਨ ਪੀਣਾ ਫਿਰ ਉਹ ਚੋ ਲੈਂਦੇ ਨੇ, ਉਹ ਵੇਚ ਲੈਂਦੇ ਨੇ। ਠੀਕ ਹੈ। ਅੱਛਾ ਸਰ, ਇਹ ਦੱਸੋ ਕਿ ਤੁਸੀਂ ਤੇ 200-250 ਖਰਚ ਦੱਸਿਆ ਜਿਸ 'ਚ ਖਾਣ ਪੀਣ ਦਾ ਲੇਬਰ ਦਾ ਖਰਚ, ਹਾਂਜੀ ਇਸ ਤੋਂ ਇਲਾਵਾ ਵੀ ਕੋਈ ਹੋਰ ਖਰਚ ਹੈਵੇ ਜਾਨਵਰਾਂ ਤੇ, ਜਿਸ ਤਰ੍ਹਾਂ ਮੈਡੀਸਨ ਦਾ ਜਾਂ ਬਿਜਲੀ ਦਾ? ਹਾਂਜੀ ਉਹ ਫਿਰ ਥੋੜ੍ਹਾ ਬਹੁਤਾ ਵਾਧਾ ਘਾਟਾ ਹੁੰਦਾ ਜੀ ਵਿੱਚ, ਉਹ ਸਾਰਾ ਕੁਝ ਵੇਚਾਈਏ ਕਿ ਉਹ ਸਾਰਾ ਕੁਝ? ਹਾਂਜੀ ਠੀਕ ਹੈ। ਕੁਝ ਲੋਕ ਕਹਿੰਦੇ ਨੇ ਕਿ ਇਸ ਕੰਮ 'ਚ ਲੇਬਰ ਦੇ ਬੜੇ ਮਸਾਲੇ ਨੇ, ਤੁਸੀਂ ਕੀ ਕਹਿੰਦੇ ਇਹਦੇ ਬਾਰੇ 'ਚ? ਉਹ ਤਾਂ ਫਿਰ ਭਾਜੀ ਕੋਈ ਜ਼ਿਆਦਾ ਡੰਗਰ ਰੱਖੇ ਹੁੰਦੇ ਫਿਰ ਨਾ, ਸਾਡੇ ਕੋਲ ਇਹ 30-35 ਡੰਗਰ ਨੇ ਛੋਟੇ ਛੋਟੇ। ਇਹਨਾਂ ਦੀ ਇੰਨਾ ਮਸਲਾ ਨਹੀਂ ਹੈ? ਨਹੀਂ। ਅਗਰ ਕੋਈ ਜਾਨਵਰ ਢਿੱਲਾ ਪੈ ਜਾਏ ਉਹਦਾ ਕੀ ਕੋਈ ਦੇਸੀ ਨੁਸਖਾ ਅਪਣਾਉਂਦੇ ਹੋ ਕਿ ਜਾਨਵਰ ਠੀਕ ਹੋ ਜਾਏ? ਦੇਸੀ ਨੁਸਖਾ ਇਹ ਉਹ ਬੋੜੀ ਲਾਉਂਦੇ ਨੇ, ਪਹਿਲਾਂ ਦੱਸਦੇ ਨੇ, ਸਾਨੂੰ ਬਣਾ ਕੇ ਦਿੰਦੇ ਨੇ, ਅਸੀਂ ਦੇ ਛੱਡਦੇ ਹਾਂ। ਇਹ ਪਿਆਜ਼ ਵਗੈਰਾ ਗੰਢੇ ਛੰਡੇ ਜੇ ਸਾਰਾ ਕੁਝ ਕੁੱਟ ਕੇ, ਮਸਾਲੇ ਛੋਟੇ ਮੋਟੇ ਤੇ ਉਹ ਕੁੱਟ ਕੇ ਦਿੰਦੇ ਆ ਤੇ ਡੰਗਰ ਇਨਸ਼ਾਅੱਲਾ ਠੀਕ ਹੋ ਜਾਂਦਾ। ਮਸਾਲਿਆਂ 'ਚ ਕੀ ਕੀ ਪਾਉਂਦੇ ਹੋ? ਇਹ ਪਿਆਜ਼ ਪਾਈਦਾ ਤੇ ਅਦਰਕ ਪਾਈਦਾ ਜੇ। ਠੀਕ ਹੈ। ਵਿੱਚ ਥੋੜਾ ਛੋਟੇ ਛੋਟੇ ਮਸਾਲੇ ਜਿਹੜੇ ਨੇ, ਮਿਰਚੀਆਂ ਹਰੀਆਂ ਮਿਰਚਾਂ ਹੋ ਗਈਆਂ, ਕਾਲੀ ਮਿਰਚ ਹੋ ਗਈ, ਠੀਕ ਹੈ। ਇਹ ਕੁੱਟ ਕੇ ਸਾਰਾ ਮਸਾਲਾ ਪਿੰਨੀ ਬਣਾ ਕੇ ਡੰਗਰ ਨੂੰ ਦੇਈਦਾ, ਕੋਈ 2-3 ਦਿਨ ਠੀਕ ਹੋ ਜਾਂਦਾ। ਕਿੰਨਾ ਕੁ ਪਾਉਂਦੇ ਆ? ਐਵੇਂ ਕੋਈ ਇੱਕ ਡੰਗਰ ਦੀ ਇੱਕ ਪਿੰਨੀ ਬਣਾ ਲੈਂਦੇ ਆ ਨਾ। ਠੀਕ ਹੈ। ਅੱਧਾ ਕਿਲੋ ਸਾਰੀ ਸ਼ਾਵਾਂ ਲੈ ਕੇ ਬਣਾ ਕੇ ਮਿਕਸ ਕਰਕੇ ਸਾਰੀਆਂ ਸ਼ਾਵਾਂ ਨੂੰ, ਠੀਕ ਹੈ। ਤੇ ਉਹ ਜਨਾਬ ਫਿਰ ਬਾਅਦ ਚੋਂ ਪਿੰਨੀ ਬਣਾ ਕੇ ਤੇ ਸਾਰੇ ਡੰਗਰ ਨੂੰ ਇੱਕ ਦੇ। ਕਿੰਨੇ ਦਿਨ ਦੇ ਛੱਡਦੇ ਹੋ? 1-2 ਦਿਨ ਹੀ ਦੇਈਦੀ ਬਸ। ਕਿਸ ਟਾਈਮ ਦਿੰਦੇ ਹੋ, ਰਾਤ ਨੂੰ ਜਾਂ ਸਵੇਰ? ਸੁਬਾਹ ਦੇ ਟਾਈਮ, ਯਾਨੀ ਚਾਰਾ ਖਾਣ ਤੋਂ ਬਾਅਦ ਜਾਂ? ਹਾਂਜੀ ਚਾਰਾ ਖਾਣ ਤੋਂ ਬਾਅਦ। ਠੀਕ ਹੈ। ਅੱਛਾ ਭਾਈ, ਇਹ ਦੱਸੋ ਕਿ ਤੁਸੀਂ ਕੱਟੇ ਬਛੜੇ ਵੀ ਰੱਖੇ ਨੇ, ਹਾਂਜੀ ਕਿੰਨੀ ਕੁ ਉਮਰ 'ਚ ਇਹਨਾਂ ਨੂੰ ਵੇਚੀਏ ਤੇ ਫਾਇਦਾ ਰਹਿੰਦਾ? ਉਹ ਤੇ ਆਪਣੀ ਗੱਲ ਹੈ, ਜਿੰਨਾ ਕੁ ਬੰਦੇ ਕੋਲ ਪੈਸੇ, ਕਈਆਂ ਨੂੰ ਲੋੜ ਪਹਿਲਾਂ ਪੈ ਜਾਂਦੀ, ਕਈਆਂ ਨੂੰ ਨਹੀਂ ਪੈਂਦੀ। ਸਾਨੂੰ ਮਾਸ਼ਾਅੱਲਾ ਅਸੀਂ ਤੇ ਜਵਾਨ ਕਰਕੇ ਵੇਚਦੇ ਆ। ਬੱਚੇ ਵੇਚੀ ਦਾ 55,000 ਦਾ, 50,000 ਦਾ ਕੱਟਾ ਵੀ ਨਾ, 50-55,000 ਦਾ। ਕਿੰਨੀ ਉਮਰ ਦਾ ਹੁੰਦਾ ਜਦੋਂ ਇੰਨੇ ਦਾ? ਇਹ 2-2.5 ਸਾਲ ਦਾ ਹੋਈ ਜਾ। 2-2.5 ਸਾਲ ਦਾ ਹੋ ਕੇ ਫਿਰ ਇਦਾਂ ਦਾ ਵਿਕ ਰਿਹਾ? ਹਾਂਜੀ। ਠੀਕ ਹੈ। ਸਾਂਭ ਕੀਤੇ ਆ, ਇਹ ਸਾਂਭ ਨਹੀਂ ਕਰਨੀ ਤੇ ਫਿਰ ਭਾਵੇਂ 3-4 ਸਾਲ ਬਣ ਛੜੋ ਫਿਰ ਵੀ। ਅੱਛਾ ਮਾਸ਼ਾਅੱਲਾ, ਤੁਸੀਂ ਇਹ ਜਿਹੜੇ ਜਾਨਵਰ ਨੇ ਇਹ ਕਿੰਨੀ ਜਗ੍ਹਾ 'ਚ ਰੱਖੇ ਨੇ, ਕਿੰਨੀ ਜਗ੍ਹਾ 'ਚ ਇਹਨਾਂ ਨੂੰ ਰੱਖਿਆ ਜਾ ਸਕਦਾ ਹੈ? ਇਹ ਅੱਜ 6-7 ਮਰਲੇ। 6-7 ਮਰਲੇ 'ਚ ਰੇਂਜ ਹੋ ਜਾਂਦਾ? ਹਾਂਜੀ। ਤੇ ਜਗ੍ਹਾ ਥੱਲੋਂ ਤੁਸੀਂ ਪੱਕੀ ਕੀਤੀ ਹੈ, ਕਈ ਲੋਕ ਕਹਿੰਦੇ ਨੇ ਇਹਦੇ ਨਾਲ ਜਾਨਵਰ ਥੱਕ ਜਾਂਦੇ ਨੇ, ਇਹਦਾ ਕੀ ਫਾਇਦਾ? ਨਹੀਂ ਅਸੀਂ ਇਹ ਮਾਲ ਹੁਣੇ ਸੁਬਾਹ ਬਾਹਰ ਖੋਲ ਲੈਂਦੇ ਨਾ। ਠੀਕ ਹੈ। ਅਸੀਂ 3 ਵਜੇ ਮਾਲ ਲਿਆ ਕੇ ਫਿਰ ਇੱਥੇ ਬੰਨਾ ਕੱਚੀ ਜਗ੍ਹਾ ਸਾਰਾ ਦਿਨ ਮਾਰ ਲੈਣਾ। ਠੀਕ ਹੈ। 3 ਵਜੇ ਲੈ ਆਉਣਾ ਫਿਰ। ਸਹੀ ਹੈ। ਤੁਹਾਨੂੰ ਇਹਨਾਂ ਵਾਸਤੇ ਸਬਰ ਚਾਰੇ ਦਾ ਕਿੰਨਾ ਬੰਦੋਬਸਤ ਕਰਨਾ ਪੈਂਦਾ ਹੈ? ਅਸੀਂ ਇਹ ਕੋਈ 2.5-3 ਕਿੱਲਿਆਂ ਦਾ ਬੰਦੋਬਸਤ ਕਰਨਾ ਪੈਂਦਾ। 2.5-3 ਕਿੱਲਿਆਂ ਦਾ? ਹਾਂਜੀ। ਆਪਣੇ ਹੁੰਦੇ ਨਹੀਂ, ਮੁੱਲ ਦੇ ਦਿੰਦੇ ਹੋ? ਦੇ ਠੇਕੇ ਤੇ ਵੀ ਆਪਣੀ ਵੀ ਹੈ, ਬਾਕੀ ਮੁੰਜੀ ਸੁੰਜੀ ਲਾਹੜੀ ਦੀ ਹੈ ਨਾ। ਠੀਕ ਹੈ। ਜਿੰਨਾ ਕਰਨਾ ਚਾਹੀਦਾ ਉਹਨਾਂ ਨੂੰ ਬਸ ਵੇਚ ਲਈਦਾ। ਠੀਕ ਹੈ। ਤੂੜੀ ਕਿੰਨੀ ਸਟਾਕ ਕਰਨੀ ਪੈਂਦੀ ਹੈ? ਤੂੜੀ ਹਾਂ ਸਟਾਕ ਕੀਤੀ ਜੇ 65,000 ਦੀ ਲਈ ਹਜੇ। ਅੱਛਾ। ਅਸੀਂ ਚਾਰਾ ਹੀ ਪਾਣੇ ਜੇ ਤੂੜੀ ਦੀ ਹਾਂ ਪਾਈ ਕੋਈ ਨਹੀਂ। ਠੀਕ ਹੈ। ਜ਼ਬਰਦਸਤ। ਅੱਛਾ ਭਾਈ, ਇਹ ਦੱਸੋ ਕਿ ਵੰਡੇ ਦੇ ਵਿੱਚ ਤੁਸੀਂ ਕਿਉਂਕਿ ਦੁੱਧ ਦਾ ਵੀ ਕੰਮ ਕਰਦੇ ਹੋ, ਕਿਹੜਾ ਵੰਡਾ ਜ਼ਿਆਦਾ ਦੁੱਧ ਦਵਾਉਂਦਾ ਜਾਨਵਰ ਕੋਲ? ਕਰਾ ਜ਼ਿਆਦਾ ਠੀਕ ਜੇ। ਕਰਾ? ਹਾਂਜੀ। ਕਿੰਨਾ ਕੁ ਕਰਾ ਪਾਏ ਤੇ ਜਾਨਵਰ ਠੀਕ ਰਹਿੰਦਾ? 1.5 ਕਿਲੋ ਕਰਾਏ ਬਸ। 1.5 ਕਿਲੋ ਕਰਾ ਕਾਫੀ ਹੁੰਦਾ? ਹਾਂਜੀ। ਇੱਕ ਜਾਨਵਰ? ਹਾਂਜੀ। ਇੱਕ ਟਾਈਮ ਦਾ ਜਾਂ 2 ਟਾਈਮਾਂ ਦਾ? ਇੱਕ ਟਾਈਮ। ਤੇ ਟੋਟਲ 2 ਟਾਈਮਾਂ ਦਾ ਕਿੰਨਾ ਹੋ ਗਿਆ? ਇਹੀ ਤੇ ਇੱਕ ਟਾਈਮ ਹੀ ਪਾਉਂਦੇ ਜੀ ਭਾਜੀ। ਅੱਛਾ। ਹਾਂਜੀ। ਤੇ ਇਹਦੇ ਨਾਲ ਜਾਨਵਰ ਦੀ ਸਿਹਤ ਮੁਤਾਸਰ ਨਹੀਂ ਹੁੰਦੀ, ਕਮਜ਼ੋਰ ਨਹੀਂ ਹੋ ਜਾਂਦੇ? ਨਹੀਂ ਨਹੀਂ, ਠੀਕ ਵੇਲੋ ਤੁਹਾਡੇ ਸਾਹਮਣੇ ਮਾਸ਼ਾਅੱਲਾ ਠੀਕ ਨੇ ਸਾਰੇ। ਜ਼ਬਰਦਸਤ। ਅੱਛਾ ਸਰ, ਇਹ ਦੱਸੋ ਕਿ ਇਹ ਜਿਹੜਾ ਮਤਲਬ ਤੂੜੀ ਹੈ ਇਹ ਕਿੰਨੀ ਸਟਾਕ ਕਰਨੀ ਚਾਹੀਦੀ ਹੈ ਮੇਰੇ ਵੱਲ? ਤੂੜੀ ਉਹ ਜਿੰਨੇ ਕੁ ਬੰਦੇ ਕੋਲ ਪੈਸੇ ਨੂੰ, ਤੂੜੀ ਤੇ ਸਾਰਾ ਬੈਸਟ ਪੱਠਾ ਹੈ ਨਾ, ਜਿੰਨਾ ਵੀ ਜ਼ਿਆਦਾ ਹੋਣਾ ਚੰਗਾ। ਅੱਛਾ ਭਾਈ, ਜਾਨਵਰਾਂ ਦੀ ਸਾਰੇ ਦਿਨ ਦੀ ਰੂਟੀਨ ਦੱਸ ਦਿਓ ਕਿ ਕਿਸ ਟਾਈਮ ਇਹਨਾਂ ਨੂੰ ਤੁਸੀਂ ਪਾਣੀ ਪਿਲਾਉਂਦੇ ਹੋ, ਕਿਸ ਟਾਈਮ ਚਾਰਾ ਦਿੰਦੇ ਹੋ, ਕਿਸ ਟਾਈਮ ਖੋਲ੍ਹਦੇ ਹੋ, ਕਿੰਨੇ ਘੰਟੇ? ਅਸੀਂ ਸਵੇਰ ਉੱਠਦੇ ਹਾਂ 3:30 ਵਜੇ। ਠੀਕ ਹੈ। ਉੱਠ ਕੇ ਆ ਕੇ ਇਹਨਾਂ ਦੀ ਚੁਆਈ ਕਰੀ ਦੀ। ਠੀਕ ਹੈ। ਚੁਆਈ ਕਰਨ ਤੋਂ ਬਾਅਦ ਇਹਨਾਂ ਨੂੰ ਭਾੜੇ ਛੱਡ ਜੋ ਕੋਈ ਪੱਠੇ ਛੱਡੇ ਥੋੜ੍ਹੇ ਬਹੁਤੇ ਪਾਣੀ ਨੂੰ ਪਾਈ ਦੇ ਨੇ। ਠੀਕ ਹੈ। ਫਿਰ ਜਨਾਬ ਇਹਨਾਂ ਨੂੰ ਬਸ ਆਪੀ ਜਾਈਦਾ ਘਰ, ਰੋਟੀ 200 ਵੇਚ ਵੂਝ ਕੇ ਆ ਕੇ ਫਿਰ ਇਹਨਾਂ ਨੂੰ ਲੈ ਜਾਈਦਾ ਬਾਹਰ ਨੂੰ। ਠੀਕ ਹੈ। ਬਾਹਰ ਫਿਰ ਤੋੜ ਕੇ ਸ਼ਾਮੀ 3 ਵਜੇ ਲਿਆਈਦਾ। ਠੀਕ ਹੈ। ਫਿਰ ਆ ਕੇ ਪੱਠੇ ਛੱਡੇ ਪਾ ਕੇ ਚੋਆ ਲਈਦਾ। ਹਾਂਜੀ। ਸਹੀ ਹੈ ਜੀ। ਅੱਛਾ, ਇਹ ਦੱਸਿਓ ਕਿ ਇਸ ਕਾਰੋਬਾਰ ਦੇ ਵਿੱਚ ਹੋਰ ਕਿਹੜੇ ਮਸਾਇਲ ਨੇ, ਯਾਨੀ ਜਿਹੜਾ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਉਹਨੂੰ ਕਿਹੜੇ ਮਸਲੇ ਦਾ ਸਾਹਮਣਾ ਹੋ ਸਕਦਾ? ਮਸਲੇ ਦਾ ਸਾਹਮਣਾ ਕੋਈ ਵੀ ਨਹੀਂ, ਬਸ ਉਹਨੂੰ ਰੂਟੀਨ ਦਾ ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਕੰਮ ਕਰਨਾ, ਫਿਰ ਹੀ ਉਹ ਇਸ ਕੰਮ ਦੇ ਵਿੱਚ ਬਣਨਾ ਚਾਹੀਦਾ ਉਹਨੂੰ ਬੰਦੇ ਨੂੰ। ਜੇ ਰੂਟੀਨ ਦਾ ਕੋਈ ਪਤਾ ਹੀ ਨਾ ਹੋਏ ਤੇ ਕੰਮ 'ਚ ਵੜ ਜਾਏ ਤੇ ਫਿਰ ਉਹਨੂੰ ਨੁਕਸਾਨ ਹੀ ਸਾਡੀ ਗੱਲ ਹੋਣਾ। ਅੱਛਾ, ਹੁਣ ਇਹ ਦੱਸਿਓ ਕਿ ਜਿਹੜਾ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹਾਂਜੀ, ਉਹ ਕਿੰਨੇ ਡੰਗਰਾਂ ਤੋਂ ਕਾਰੋਬਾਰ ਸ਼ੁਰੂ ਕਰੇ? ਉਹ ਤਾਂ ਭਾਜੀ ਉਹਦਾ ਆਪਣਾ ਹਿਸਾਬ ਕਿਤਾਬ ਹੁੰਦਾ ਕਿ ਕਿੰਨੇ ਡੰਗਰਾਂ ਤੋਂ ਕਰਾਂ ਮੈਂ, ਕਿੰਨੀ ਕੁ ਉਹਦੀ ਗੁੰਜਾਇਸ਼ ਹੈ ਉਹਦੇ ਕੋਲ ਪੈਸਿਆਂ ਦੀ। ਬਿਲਕੁਲ, ਤੁਹਾਡੀ ਇੱਕ ਵੀਡੀਓ ਬੰਦਾ ਸੁਣਦਾ ਪਿਆ, ਉਹ ਕਾਰੋਬਾਰ ਕਰਨਾ ਚਾਹੁੰਦਾ ਹੈ। ਹਾਂਜੀ। ਤੁਸੀਂ ਕੀ ਮਸ਼ਵਰਾ ਦੇਵੋਗੇ ਕਿ ਯਾਰ ਐਨੇ ਡੰਗਰ ਲੈ ਲਈ
ਤੇ ਡੰਗਰ ਕਿਹੜੇ ਲਈ, ਯਾਨੀ ਸੂਈਆਂ ਮੱਝਾਂ ਲਈ ਜਾਂ ਝੋਟੀਆਂ ਲਈ ਜਾਂ ਛੋਟੇ ਬੱਚੇ ਲਈ, ਕੀ ਤੁਸੀਂ ਮਸ਼ਵਰਾ ਦੇਣਾ ਚਾਹੋਗੇ? ਤੁਹਾਡਾ ਕੀ ਤਜਰਬਾ ਹੈ? ਅਸੀਂ ਉਹਨੂੰ ਇਹ ਕਹਾਂਗੇ ਕਿ ਜੇ ਉਹ ਇਕੱਲਾ ਬੰਦਾ ਤੇ ਉਹ 5-6 ਮਹੀਆਂ ਲੈ ਲੇ, ਸਹੀ ਹੋ ਗਿਆ, ਠੀਕ ਹੈ, ਤਾਜ਼ੀਆਂ ਲੈ ਸੂਈਆਂ ਤੇ ਬਸ ਉਹ ਲੱਪਾ ਖੈਰ ਕੱਢੇ ਉਹਦੇ ਤੇ ਉਹਦੇ ਮੁਨਾਫਾ ਹੀ ਹੋਏ ਤੁਹਾਨੂੰ, ਉਹਦੀ ਨੁਕਸਾਨ ਨਹੀਂ ਹੋਏਗਾ। ਤਾਜ਼ੀਆਂ ਕਿਉਂ ਲੈ? ਤਾਜ਼ੀਆਂ ਐਵੇਂ ਕਿ ਪਾਉਂਦਾ ਦੁੱਧ ਦੇਣਾ ਸ਼ੁਰੂ ਹੋਈ ਇਹਦਾ, ਉਹਦੇ ਕੋਲ ਪੈਸੇ ਆਉਣ ਲੱਗ ਪੈਂਦੇ, ਉਹ ਜੇ ਖਰਚੇ ਦਾ ਪੈਸੇ ਜਿਹੜਾ 4 ਲੱਖ ਖਰਚੇ, 5 ਲੱਖ ਖਰਚੇ, 10 ਲੱਖ ਖਰਚੇ, ਉਹਨੂੰ ਪੈਸੇ ਆਉਣ ਲੱਗ ਪਏ, ਉਹਨੂੰ ਮਹਿਸੂਸ ਨਾ ਹੋਇਆ ਕੁਛ। ਅਗਰ ਸੂਣਾ ਨਹੀਂ ਲਏ ਦਾ ਤੇ ਉਹ ਭਾਵੇਂ ਫਿਰ ਉਹ ਜ਼ਾਰੀ ਗੱਲ 4-5 ਮਹੀਨੇ ਨੂੰ ਵੇਟ ਕਰਨਾ ਪਏਗਾ, ਫਿਰ ਉਹਦਾ ਦੇ ਲੱਗ ਜਾਏਗਾ ਕਿ ਮੈਂ। ਅੱਛਾ 5 ਮਹੀਨੇ ਤੁਸੀਂ ਕਿਹਾ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਹੈ, ਕਮ ਅਜ਼ ਕਮ ਕਿੰਨੇ ਪੈਸੇ ਨਾਲ ਕਾਰੋਬਾਰ ਸ਼ੁਰੂ ਹੋ ਜਾਂਦਾ? ਇਹਦੇ ਵਿੱਚ ਹਲਕਾ ਤਰੀਨ ਸ਼ੈੱਡ ਵੀ ਸ਼ਾਮਲ ਕਰ ਲਿਓ ਤੇ ਜਾਨਵਰ ਵੀ ਸ਼ਾਮਲ ਕਰ ਲਿਓ, ਪੱਠਾ ਵੀ ਸ਼ਾਮਲ ਕਰ ਲਿਓ, ਕਿੰਨੇ ਕੁ ਪੈਸੇ ਨਾਲ ਕੰਮ ਸ਼ੁਰੂ ਹੋ ਜਾਂਦਾ? ਇੱਕ ਘੱਟੋ ਘੱਟ 2 ਲੱਖ ਦੀ ਤੇ ਇੱਕ ਮੈਂ ਨਾ, ਠੀਕ ਹੈ, ਠੀਕ ਹੈ, 12 ਲੱਖ ਦੇ ਰੁਪਏ ਦਾ ਮੈਂ ਹੋ ਗਿਆ, ਠੀਕ ਹੈ, ਤੇ 40-50 ਹਜ਼ਾਰ ਦੀਆਂ ਸ਼ੈੱਡਾਂ ਸ਼ੁੱਡਾਂ ਦੇ ਲੱਗ ਜਾਂਦਾ, ਠੀਕ ਹੈ, ਤੇ ਪੱਠਿਆਂ ਵਾਸਤੇ ਆਈ ਕੋਈ 20-30 ਹਜ਼ਾਰ ਰੁਪਏ ਹੋਣ ਚਾਹੀਦਾ ਬਸ। ਯਾਨੀ ਲਾ ਮਿਲਾ ਕੇ 13 ਲੱਖ 'ਚ ਕਾਰੋਬਾਰ ਸ਼ੁਰੂ ਕੀਤਾ ਜਾ ਸਕਦਾ ਹੈ? 13-14 ਲੱਖ ਰੁਪਏ ਲੱਗ ਜਾਂਦਾ ਤੇ 13-14 ਲੱਖ ਲਾ ਕੇ ਉਹਦਾ ਕਿੰਨੇ ਕੁ ਸਾਲਾਂ 'ਚ ਪੈਸੇ ਰਿਟਰਨ ਹੋ ਜਾਂਦੇ? ਉਹ ਤੇ ਦੁੱਧ ਦੇਂਦੀ ਹੁਣ ਰੂਟੀਨ ਕਿ ਜਾਨਵਰ ਕਿੰਨਾ ਦੁੱਧ ਦੇਣ ਡਿਆ ਕੀ ਹਿਸਾਬ ਦਾ ਵੇ, ਠੀਕ ਹੈ, ਉਹ ਤੇ ਫਿਰ 4 ਮਹੀਨੇ 'ਚ ਹੋ ਜਾਂਦੇ, 5 'ਚ ਵੀ ਹੋ ਜਾਂਦੇ, 6 'ਚ ਵੀ ਹੋ ਸਕਦੇ ਨੇ। ਤੁਸੀਂ ਜਿੱਥੇ ਜਾਨਵਰ ਦੇ ਦੁੱਧ ਦੇਣ ਦੀ ਰੂਟੀਨ ਹੈ, ਜ਼ਿਆਦਾ ਦੁੱਧ ਦੇਣ ਵਾਲੇ ਜਾਨਵਰ ਕਿੱਥੋਂ ਮਿਲਦੇ ਨੇ? ਜ਼ਿਆਦਾ ਦੁੱਧ ਦੇਣ ਵਾਲੇ ਜਾਨਵਰ ਸਾਈਵਾਲ ਨੂੰ ਲਿਆਉਂਦੇ ਆ, ਠੀਕ ਹੈ, ਬੂੜਾ ਵਿਹਾਰੀ ਚੀਚਾ ਵਤਨੀ, ਠੀਕ ਹੈ, ਇਹ ਤਾਂ ਮਸ਼ਹੂਰ ਨੇ। ਠੀਕ ਹੈ, ਇੱਥੋਂ ਅੱਛੇ ਮਿਲ ਜਾਂਦੇ? ਹਾਂਜੀ। ਤੇ ਅੱਜ ਕੱਲ੍ਹ ਮੱਝ 2 ਲੱਖ ਦੀ ਮਿਲਦੀ ਹੈ? ਹਾਂਜੀ, ਨਗਦ 2 ਲੱਖ ਦੀ ਮਿਲਦੀ ਜੇ। ਮੱਝ ਉੱਥੋਂ ਜਾ ਕੇ ਡੇਰਿਆਂ ਤੋਂ ਲੈਣੀ ਚਾਹੀਦੀ ਜਾਂ ਅੱਡਿਆਂ ਤੋਂ ਲੈਣੀ ਚਾਹੀਦੀ ਜਾਂ ਮੰਡੀਆਂ ਤੋਂ? ਨਹੀਂ, ਮੱਝ ਮੈਂ ਇਹ ਕਹਿਣਾ ਕਿ ਜਾ ਕੇ ਜਿਹਨਾਂ ਨੇ ਡੇਰਿਆਂ ਤੋਂ ਲਵੋ, ਫਿਰ ਤੁਰ ਕੇ ਅੱਡੇ 'ਚੋਂ ਮੱਝ ਨਾ ਲਵੋ, ਕਿ ਜਿਹਨਾਂ ਨਾਲ ਬਾਅਦ 'ਚ ਫਿਰ ਉਹ ਪਤਾ ਉਹਦਾ ਕੋਈ ਨਹੀਂ ਕੀ ਹਿਸਾਬ ਦਾ ਉਹਦਾ ਮੱਝ ਦਾ ਕੀ ਨਹੀਂ। ਠੀਕ ਹੈ, ਅਸੀਂ ਤੁਹਾਨੂੰ ਕਾਫੀ ਚੀਜ਼ਾਂ ਪੁੱਛੀਆਂ ਨੇ, ਇਹ ਦੱਸੋ ਕਿ ਸ਼ੈੱਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕੱਚਾ ਕਿ ਪੱਕਾ? ਸ਼ੈੱਡ ਥੱਲਿਓਂ ਤੇ ਜੇ ਡੰਗਰ ਬੰਨਣ ਵਾਸਤੇ ਤਾਂ ਪੱਕਾ ਹੀ ਹੋਣਾ ਚਾਹੀਦਾ। ਅੱਛਾ, ਜਦੋਂ ਚਾਰਾ ਸ਼ਾਰਾ ਖਾ ਕੇ ਡੰਗਰਾਂ ਨੂੰ ਪਿੱਛਾ ਬੰਨੀਦਾ, ਹਾਂ, ਉਦੋਂ ਫਿਰ ਕੱਚਾ ਹੋਣਾ ਚਾਹੀਦਾ ਪਿੱਛੇ। ਤੇ ਛੱਤ? ਛੱਤ ਪੱਕੀ ਹੋਣੀ ਚਾਹੀਦੀ ਉੱਤੇ। ਤੇ ਉਹ ਗਰਮ ਨਹੀਂ ਹੁੰਦੀ? ਨਹੀਂ, ਠੀਕ ਹੈ, ਸਾਡੀ ਇਹ ਪੱਕੀ ਛੱਤ ਜੇ ਵੇਖ ਲਓ ਉੱਪਰ। ਉੱਪਰ ਗਰਮ ਹੋ ਜਾਂਦੀ ਹੈ? ਨਹੀਂ, ਇਹ ਛੱਤ ਹਾਂ ਪੱਕੀ ਰੱਖਣੇ 12 ਮਹੀਨੇ। ਅੱਛਾ, ਹਾਂਜੀ, ਕੱਚੀ ਇਹਦੇ ਦਾ ਚ ਕੀ ਨੁਕਸਾਨ ਹੈ? ਕੱਚੀ ਦਾ ਨੁਕਸਾਨ ਹੈ ਕਿ ਬੱਦਲ ਕਣੀ ਜ਼ਿਆਦਾ ਹੋਵੇ ਤੇ ਫਿਰ ਉਹ ਚੁੰਗਲਾ ਪੈਂਦਾ, ਠੀਕ ਹੈ, ਫਿਰ ਉਹ ਬੜੀ ਪਰੇਸ਼ਾਨੀ ਬਣ ਜਾਂਦੀ ਹੈ ਨੱਸਾ ਭਾਜੀ ਦੀ। ਠੀਕ ਹੈ। ਅੱਛਾ ਬਈ, ਤੁਹਾਨੂੰ ਕਾਫੀ ਗੱਲਾਂ ਪੁੱਛਣ, ਕੋਈ ਆਖਰੀ ਗੱਲ ਦੇ ਤੌਰ ਤੇ ਆਪਣੀ ਤਰਫੋਂ ਕੋਈ ਗੱਲ ਤੋਹਫਾ ਤੁਹਾਨੂੰ ਦੱਸ ਦਿਓ ਕਿਸੇ ਦੇ ਕੰਮ ਆਈਏ ਜਿਹੜੀ ਅਸੀਂ ਨਹੀਂ ਪੁੱਛੀ ਔਰ ਅਹਿਮ ਗੱਲ ਸੀ? ਗੱਲਾਂ ਤਾਂ ਸਾਰੀ ਪੁੱਛ ਰਹੀਆਂ ਨੇ, ਅਹਿਮ ਗੱਲ ਕੋਈ ਰਹੀ ਨਹੀਂ ਹੁਣ ਭਾਜੀ। ਅੱਛਾ, ਹਾਂਜੀ, ਬਹੁਤ ਸ਼ੁਕਰੀਆ ਜਨਾਬ।